हाँ जी, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇੱਕ ਵਾਰ ਮੈਂ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਪੀਟੀ ਦੀ ਨੈਕਸਟ ਵੀਡੀਓ ਲੈ ਕੇ, ਜਿਹੜੀ ਕਿ ਮੇਰੀ ਇਹ ਤੀਜੀ ਵੀਡੀਓ ਹੈਗੀ ਹੈ। ਦੂਜੀ ਵੀਡੀਓ ਦੇ ਵਿੱਚ ਮੈਂ ਡਿਸਕਸ ਕੀਤਾ ਸੀਗਾ ਕਿ ਜਿਹੜਾ ਪੀਟੀ ਦਾ ਐਗਜ਼ਾਮ ਹੈ ਉਹ ਕਿੰਨੇ ਟਾਈਪਸ ਦਾ ਹੁੰਦਾ ਹੈ, ਮਤਲਬ ਕਿੰਨੀ ਤਰ੍ਹਾਂ ਦਾ ਐਗਜ਼ਾਮ ਹੁੰਦਾ ਹੈ ਤੇ ਮੋਸਟਲੀ ਜਿਹੜੇ ਸਟੂਡੈਂਟਸ ਨੇ ਉਹ ਕਿਹੜਾ ਐਗਜ਼ਾਮ ਫਿਲ ਕਰਦੇ ਹੈ। ਤੇ ਪੀਟੀ ਦਾ ਜਿਹੜਾ ਐਗਜ਼ਾਮ ਹੈਗਾ ਉਹ ਤਿੰਨ ਟਾਈਪਸ ਦਾ ਹੁੰਦਾ ਹੈ: ਪੀਟੀ ਅਕੈਡਮਿਕ, ਪੀਟੀਈ ਜਨਰਲ ਤੇ ਪੀਟੀਈ ਹੋਮ। ਤੇ ਅਸੀਂ ਹਮੇਸ਼ਾ ਪੀਟੀਈ ਅਕੈਡਮਿਕ ਹੀ ਪ੍ਰੈਫਰ ਕਰਦੇ ਹਾਂ। ਤੇ ਅੱਗੇ ਅਸੀਂ ਡਿਸਕਸ ਕੀਤਾ ਸੀਗਾ ਕਿ ਪੀਟੀਈ ਦੀ ਜਿਹੜੀ ਮਿਨੀਮਮ ਏਜ ਹੈ ਉਹ ਕਿੰਨੀ ਹੈਗੀ ਹੈ, ਕਿਹੜੇ ਸਟੂਡੈਂਟਸ ਪੀਟੀਈ ਵਾਸਤੇ ਐਲੀਜੀਬਲ ਨੇ। ਤੇ ਅੱਗੇ ਅਸੀਂ ਡਿਸਕਸ ਕੀਤਾ ਸੀਗਾ ਕਿ ਅਸੀਂ ਪੀਟੀ ਦੇ ਐਗਜ਼ਾਮ ਦੇ ਲਈ ਰਜਿਸਟਰ ਕਿਵੇਂ ਕਰਨਾ ਹੈ। ਤੇ ਉਹ ਪੀਟੀ ਦੀ ਆਫੀਸ਼ੀਅਲ ਵੈਬਸਾਈਟ ਹੈਗੀ ਹੈ pearsonpte.com। ਉੱਥੇ ਮੈਂ ਸਟੈਪਸ ਮੈਂਸ਼ਨ ਕੀਤੇ ਨੇ, ਤੁਸੀਂ ਮੇਰੀ ਸੈਕਿੰਡ ਵੀਡੀਓ ਚੈੱਕ ਵੀ ਕਰ ਸਕਦੇ ਹੋ ਕਿ ਤੁਸੀਂ ਕਿਵੇਂ ਉਹਨਾਂ ਨੂੰ ਐਗਜ਼ਾਮ ਫਿਲ ਕਰਨਾ ਹੈ, ਜਾਂ ਤੁਸੀਂ ਅਗਰ ਮੌਕ ਟੈਸਟ ਦੇਣਾ ਤਾਂ ਮੌਕ ਟੈਸਟ ਦਾ ਵੀ ਸੇਮ ਪੈਟਰਨ ਹੈ। ਅੱਜ ਅਸੀਂ ਗੱਲ ਕਰਦੇ ਹਾਂ ਕਿ ਪੀਟੀ ਦੇ ਐਗਜ਼ਾਮ ਪੈਟਰਨ ਵਿੱਚ ਕਿੰਨੇ ਮੋਡਿਊਲਸ ਨੇ, ਕਿਉਂਕਿ ਹਰ ਜਿਹੜਾ ਤੁਸੀਂ ਪੀਟੀ ਅਕੈਡਮਿਕ ਫਿਲ ਕਰਦੇ ਹੋ, ਪੀਟੀ ਜਰਨਲ ਜਾਂ ਪੀਟੀ ਹੋਮ, ਤਾਂ ਸਭ ਕਿਸੇ ਦਾ ਡਿਫਰੈਂਟ ਮੋਡਿਊਲ ਹੈ। ਬਟ ਅਸੀਂ ਹਮੇਸ਼ਾ ਪੀਟੀਈ ਅਕੈਡਮਿਕ ਹੀ ਫੋਲੋ ਕਰਦੇ ਹਾਂ। ਤੇ ਉਹਦੇ ਵਿੱਚ ਸਾਡੇ 4 ਸੈਕਸ਼ਨ ਆਉਂਦੇ ਨੇ। ਫਰਸਟ ਜਿਹੜਾ ਸੈਕਸ਼ਨ ਹੈਗਾ ਉਹ ਸਪੀਕਿੰਗ ਹੈ, ਸੈਕਿੰਡ ਇਜ਼ ਦੀ ਰਾਈਟਿੰਗ, ਥਰਡ ਵਨ ਇਜ਼ ਦੀ ਰੀਡਿੰਗ ਐਂਡ ਫੋਰਥ ਵਨ ਇਜ਼ ਦੀ ਲਿਸਨਿੰਗ। 4 ਸੈਕਸ਼ਨ ਹੈਗੇ ਆ, ਸੇਮ ਆਈਲੈਟਸ ਵਾਂਗੇ ਹੈ। ਆਈਲੈਟਸ ਵਿੱਚ ਵੀ 4 ਹੀ ਸੈਕਸ਼ਨ ਹੁੰਦੇ ਆ, ਬਟ ਹਰ ਸੈਕਸ਼ਨ ਦੇ ਵਿੱਚ ਡਿਫਰੈਂਟ ਮੋਡਿਊਲਸ ਹੁੰਦੇ ਆ। ਮਤਲਬ ਸਪੀਕਿੰਗ ਇਜ਼ one section, but there are different modules in the speaking, similarly different modules in writing, reading and listening। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਮੇਨ ਡਿਫਰੈਂਸ ਹੈਗਾ ਆਈਲੈਟਸ ਤੇ ਪੀਟੀ ਦੇ ਵਿੱਚ, ਉਹ ਇਹ ਹੈਗਾ ਕਿ ਆਈਲੈਟਸ ਦੇ ਕਿਸੇ ਵੀ ਸੈਕਸ਼ਨ ਦੇ ਮਾਰਕਸ ਕਿਤੇ ਵੀ ਕੰਟਰੀਬਿਊਟ ਨਹੀਂ ਹੁੰਦੇ। ਮਤਲਬ ਸਪੀਕਿੰਗ ਦੇ ਆਪਣੇ ਆ, ਰੀਡਿੰਗ ਦੇ ਆਪਣੇ ਹੈਗੇ ਆ, ਰਾਈਟਿੰਗ ਦੇ ਆਪਣੇ ਆ ਤੇ ਲਿਸਨਿੰਗ ਦੇ ਆਪਣੇ ਆ। ਬਟ ਇਨ ਕੇਸ ਆਫ ਪੀਟੀਈ ਐਵੇਂ ਦਾ ਨਹੀਂ ਹੈਗਾ। ਮਤਲਬ ਸਪੀਕਿੰਗ ਵੀ ਕੰਟਰੀਬਿਊਟ ਕਰਦੀ ਹੈ ਦੂਜੇ ਸੈਕਸ਼ਨ 'ਚ, ਰਾਈਟਿੰਗ ਵੀ, ਰੀਡਿੰਗ ਵੀ ਤੇ ਲਿਸਨਿੰਗ ਵੀ। ਇਹ ਸਾਰਾ ਕੁਝ ਮੈਂ ਅੱਗੇ ਜਾ ਕੇ ਡਿਟੇਲ ਵਿੱਚ ਡਿਸਕਸ ਕਰਾਂਗੀ, ਬਟ ਅੱਜ ਮੈਂ ਤੁਹਾਨੂੰ ਸਿਰਫ ਦੱਸ ਰਹੀ ਹਾਂ ਕਿ ਸਪੀਕਿੰਗ ਦੇ ਵਿੱਚ ਕਿਹੜੇ ਮੋਡਿਊਲਸ ਆਉਂਦੇ ਨੇ, ਰਾਈਟਿੰਗ 'ਚ ਕਿਹੜੇ ਮੋਡਿਊਲ ਆਉਂਦੇ ਆ ਤੇ ਰੀਡਿੰਗ 'ਚ ਕਿਹੜੇ ਮੋਡਿਊਲਸ ਨੇ ਤੇ ਲਿਸਨਿੰਗ ਦੇ ਵਿੱਚ ਕਿਹੜੇ ਮੋਡਿਊਲਸ ਨੇ। ਤਾਂ ਫਸਟ ਅਸੀਂ ਗੱਲ ਕਰਦੇ ਹਾਂ ਸਪੀਕਿੰਗ ਬਾਰੇ। ਤਾਂ ਸਪੀਕਿੰਗ 'ਚ ਸਾਡੇ ਮੋਡਿਊਲਸ ਨੇ, 5 ਮੋਡਿਊਲਸ ਨੇ। ਫਸਟ ਜਿਹੜਾ ਮੋਡਿਊਲ ਹੈਗਾ ਉਹ ਰੀਡ ਅਲਾਊਡ ਹੈ, ਸੈਕਿੰਡ ਇਜ਼ ਦੀ ਰਿਪੀਟ ਸੈਂਟੈਂਸ, ਥਰਡ ਵਨ ਇਜ਼ ਦੀ ਡਿਸਕ੍ਰਾਈਬ ਇਮੇਜ, fourth is the retell lecture and last is the answer short question। ਤੇ ਇਹ 5 ਮੋਡਿਊਲਸ ਨੇ। ਇਸ ਤੋਂ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਵੇਟੇਜ ਹੈਗੀ ਹੈ ਸਪੀਕਿੰਗ 'ਚ ਉਹ ਰਿਪੀਟ ਸੈਂਟੈਂਸ ਦੀ ਹੈ। ਮਤਲਬ ਸਭ ਤੋਂ ਜ਼ਿਆਦਾ ਮੈਕਸਿਮਮ ਮਾਰਕਸ ਕੰਟਰੀਬਿਊਟ ਕਰਦਾ ਤੁਹਾਡਾ ਰਿਪੀਟ ਸੈਂਟੈਂਸ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਰੀਡ ਅਲਾਊਡ ਤੇ ਡਿਸਕ੍ਰਾਈਬ ਇਮੇਜ, ਫੋਰਥ ਨੰਬਰ ਤੇ ਆਉਂਦਾ ਰੀਟੈਲ ਲੈਕਚਰ ਤੇ ਲਾਸਟ ਆਉਂਦਾ ਸਾਡਾ ਆਨਸਰ ਸ਼ਾਰਟ ਕੁਐਸਚਨ। ਯੂ ਡੋਂਟ ਨੀਡ ਮੈਨੀ ਪ੍ਰੈਕਟਿਸ ਫॉर ਦੀ ਆਨਸਰ ਸ਼ਾਰਟ ਕੁਐਸਚਨ। ਮਤਲਬ ਤੁਸੀਂ ਵਿਹਲੇ ਟਾਈਮ 'ਚ ਬੈਠ ਕੇ ਵੀ ਕਿਤੇ ਕਰ ਲੋਗੇ ਤਾਂ ਉਹ ਵੀ ਸਫੀਸ਼ੀਐਂਟ ਹੈ ਤੁਹਾਡੇ ਫਾਈਨਲ ਐਗਜ਼ਾਮ ਦੇ ਲਈ। ਸੈਕਿੰਡ ਜਿਹੜਾ ਮੋਡਿਊਲ ਹੈਗਾ ਉਹ ਰਾਈਟਿੰਗ ਦਾ ਮੋਡਿਊਲ ਹੈ। ਤੇ ਰਾਈਟਿੰਗ ਦੇ ਵਿੱਚ 2 ਮੋਡਿਊਲਸ ਆਉਂਦੇ ਨੇ, ਸਮਰਾਈਜ਼ ਰਿਟਨ ਟੈਕਸਟ ਐਂਡ ਰਾਈਟ ਐਨ ਐਸੇ। ਤੇ ਸਮਰਾਈਜ਼ ਰਿਟਨ ਟੈਕਸਟ ਐਂਡ ਰਾਈਟ ਐਨ ਐਸੇ ਦੋਨਾਂ ਦੇ ਟੈਂਪਲੇਟਸ ਨੇ, ਤੇ ਤੁਸੀਂ ਟੈਂਪਲੇਟ ਫੋਲੋ ਕਰਕੇ ਅੱਗੇ ਕੰਟੀਨਿਊ ਕਰ ਸਕਦੇ ਹੋ। ਬਟ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਈਲੈਟਸ ਦੇ ਵਿੱਚ ਤੁਸੀਂ ਟੈਂਪਲੇਟ ਨਹੀਂ ਫੋਲੋ ਕਰ ਸਕਦੇ, ਮਤਲਬ ਤੁਸੀਂ ਆਪਣੇ ਆਪ ਐਸੇ ਲਿਖਣਾ ਹੈ। ਬਟ ਇਨ ਕੇਸ ਆਫ ਪੀਟੀਈ ਐਵੇਂ ਦਾ ਕੁਝ ਨਹੀਂ ਹੈਗਾ, ਤੁਸੀਂ ਟੈਂਪਲੇਟ ਫੋਲੋ ਕਰ ਸਕਦੇ ਹੋ ਤੇ ਟੈਂਪਲੇਟ ਨੂੰ ਫੋਲੋ ਕਰਕੇ ਵੀ ਮਾਰਕਸ ਆਉਂਦੇ ਆ। ਮਤਲਬ ਐਵੇਂ ਨਹੀਂ ਹੈ ਕਿ ਟੈਂਪਲੇਟ ਫੋਲੋ ਕਰ ਰਹੇ ਹੋ ਤਾਂ ਤੁਸੀਂ ਮਾਰਕਸ ਨਹੀਂ ਆਉਣਗੇ। ਤੇ ਜੇ ਤੁਸੀਂ ਟੈਂਪਲੇਟ ਦੀ ਗੱਲ ਕਰ ਰਹੇ ਹੋ ਜਾਂ ਸਮਰਾਈਜ਼ ਰਿਟਨ ਟੈਕਸਟ ਵਾਸਤੇ ਵੀ ਟੈਂਪਲੇਟ ਹੈ, ਤਾਂ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ, ਮੈਨੂੰ ਮੇਲ ਕਰ ਸਕਦੇ ਹੋ ਤੇ ਕਮੈਂਟ ਬਾਕਸ ਵਿੱਚ ਵੀ ਲਿਖ ਸਕਦੇ ਹੋ। ਥਰਡ ਸੈਕਸ਼ਨ ਹੈਗਾ ਸਾਡਾ ਰੀਡਿੰਗ ਦਾ ਸੈਕਸ਼ਨ। ਤੇ ਰੀਡਿੰਗ ਸੈਕਸ਼ਨ ਵਿੱਚ ਸਾਡੇ 5 ਮੋਡਿਊਲਸ ਨੇ, ਤੇ ਉਹਨਾਂ ਵਿੱਚੋਂ ਫਸਟ ਮੋਡਿਊਲ ਹੈਗਾ ਰੀਡਿੰਗ ਐਂਡ ਰਾਈਟਿੰਗ ਫਿਲ ਇਨ ਦਾ ਬਲੈਂਕਸ, ਸੈਕਿੰਡ ਹੈਗਾ MCQ ਮਲਟੀਪਲ ਆਨਸਰਸ, ਨੈਕਸਟ ਹੈਗਾ ਰੀਆਰਡਰ ਪੈਰਾਗ੍ਰਾਫਸ, fourth is the reading fill in the blanks, R means reading, only reading, fill in the blanks and last ਹੈਗਾ ਸਾਡਾ MCQ ਸਿੰਗਲ ਆਨਸਰ। ਤੇ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਜਿਵੇਂ ਇਹਦਾ ਨਾਮ ਹੀ ਇੰਡੀਕੇਟ ਕਰ ਰਿਹਾ, ਤੇ ਇਹ ਜਿਹੜੀਆਂ ਬਲੈਂਕਸ ਨੇ ਉਹ ਰਾਈਟਿੰਗ 'ਚ ਵੀ ਕੰਟਰੀਬਿਊਟ ਕਰਨਗੀਆਂ। ਮਤਲਬ ਰੀਡਿੰਗ ਤੁਹਾਡਾ ਰਾਈਟਿੰਗ 'ਚ ਕੰਟਰੀਬਿਊਟ ਕਰਦਾ ਹੈ।
ਤੇ ਉਸ ਤੋਂ ਬਾਅਦ ਜਿਹੜੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਵੇਟੇਜ ਆਉਂਦੀ ਹੈ ਉਹ ਰੀਡਿੰਗ ਐਂਡ ਰਾਈਟਿੰਗ ਫਿਲ ਇਨ ਦਾ ਬਲੈਂਕਸ, ਸੈਕਿੰਡ ਨੰਬਰ ਤੇ ਤੁਹਾਡਾ ਰੀਡਿੰਗ ਫਿਲ ਇਨ ਦਾ ਬਲੈਂਕਸ, ਥਰਡ ਨੰਬਰ ਤੇ ਆ ਜਾਂਦਾ ਤੁਹਾਡਾ ਰੀਆਰਡਰ ਪੈਰਾਗ੍ਰਾਫਸ, ਤੇ ਲਾਸਟ ਵਿੱਚ ਤੁਹਾਡੇ ਆਉਂਦੇ ਆ MCQ ਮਲਟੀਪਲ ਆਨਸਰਸ ਤੇ ਸਿੰਗਲ ਆਨਸਰ। MCQ ਮਲਟੀਪਲ ਆਨਸਰ ਦਾ ਇਹ ਹੈਗਾ ਕਿ ਤੁਸੀਂ ਇੱਕ ਪੈਰਾਗ੍ਰਾਫ ਹੋਏਗਾ ਉਹਨੂੰ ਰੀਡ ਕਰਨਾ ਹੈ ਤੇ ਉਹਦੇ ਵਿੱਚੋਂ ਮਲਟੀਪਲ ਆਨਸਰਸ ਦੀਆਂ ਆਪਸ਼ਨ ਹੋਣਗੀਆਂ, ਮਤਲਬ ਉਹਦੇ ਚੋਂ 2 ਜਾਂ 3 ਤੁਹਾਡੇ ਕੁਐਸਚਨਸ ਹੋਣਗੇ ਜਿਹੜੇ ਆਨਸਰਸ ਜਿਹੜੇ ਤੁਹਾਡੇ ਠੀਕ ਹੋਣਗੇ, ਮਤਲਬ ਉਹਨਾਂ ਚੋਂ ਤੁਸੀਂ ਚੂਜ਼ ਕਰਨਾ ਹੈ। ਬਟ ਇਨ ਕੇਸ ਆਫ MCQ ਸਿੰਗਲ ਆਨਸਰ ਦੇ ਵਿੱਚ ਤੁਹਾਡੇ ਕੋਲ ਪੈਰਾਗ੍ਰਾਫ ਹੋਏਗਾ ਤੇ ਇੱਕ ਹੀ ਆਨਸਰ ਕਰੈਕਟ ਹੋਏਗਾ ਤੇ ਉਸ ਦੇ ਅਕੋਰਡਿੰਗ ਤੁਸੀਂ ਚੂਜ਼ ਕਰਨਾ ਹੈ। MCQ ਮਲਟੀਪਲ ਆਨਸਰਸ ਦੀ ਨੈਗੇਟਿਵ ਮਾਰਕਿੰਗ ਹੈ, ਸੋ ਤੁਸੀਂ ਬੀ ਕੇਅਰਫੁਲੀ ਉਹਨੂੰ ਚੂਜ਼ ਕਰਨਾ ਹੈ। ਮੰਨ ਲਓ ਤੁਸੀਂ 2 ਆਨਸਰਸ ਚੂਜ਼ ਕਰ ਲਏ, ਇੱਕ ਤੁਹਾਡਾ ਸਹੀ ਹੈ ਤੇ ਇੱਕ ਗਲਤ ਹੈ ਤੇ ਤੁਹਾਡੇ ਮਾਰਕਸ ਉਹਦੇ ਵਿੱਚ 0 ਹੋਣਗੇ। ਸੋ ਬੈਟਰ ਹੈ ਕਿ ਜਿਹਦੇ ਲਈ ਤੁਸੀਂ ਕੌਨਫੀਡੈਂਟ ਹੋ ਕਿ ਮੇਰਾ ਇਹ ਆਨਸਰ ਬਿਲਕੁਲ ਠੀਕ ਹੈ, ਤੁਸੀਂ ਉਹੀ ਚੂਜ਼ ਕਰਨਾ ਹੈ। ਤੇ ਲਾਸਟ ਸੈਕਸ਼ਨ ਦੀ ਆਪਾਂ ਗੱਲ ਕਰਦੇ ਹਾਂ, ਉਹ ਲਿਸਨਿੰਗ ਦਾ ਸੈਕਸ਼ਨ ਹੈ। ਉਹਦੇ ਵਿੱਚ ਫਸਟ ਆਉਂਦਾ ਤੁਹਾਡਾ ਸਮਰਾਈਜ਼ ਸਪੋਕਨ ਟੈਕਸਟ, ਸਮਰਾਈਜ਼ ਸਪੋਕਨ ਟੈਕਸਟ। ਸੈਕਿੰਡ ਆਉਂਦਾ MCQ ਮਲਟੀਪਲ ਆਨਸਰਸ, ਸੇਮ ਹੈ। ਉਹਦੇ ਵਿੱਚ ਤੁਹਾਨੂੰ ਲਿਸਨਿੰਗ ਹੋਏਗੀ, ਤੁਹਾਨੂੰ ਇੱਕ ਲੈਕਚਰ ਸੁਣੇਗਾ ਤੇ ਉਸ ਦੇ ਅਕੋਰਡਿੰਗ ਤੁਸੀਂ ਆਨਸਰਸ ਨੂੰ ਸਿਲੈਕਟ ਕਰਨਾ ਹੈ। ਨੈਕਸਟ ਸੈਕਸ਼ਨ ਆਉਂਦਾ ਫਿਲ ਇਨ ਦਾ ਬਲੈਂਕਸ, ਮੀਨਸ ਤੁਸੀਂ ਲਿਸਨਿੰਗ ਜਾਂ ਫਿਲਿੰਗ ਦਾ ਬਲੈਂਕਸ ਨੇ ਤੁਸੀਂ ਸੁਣੋਗੇ ਤੇ ਤੁਸੀਂ ਉਹ ਫਿਲ ਕਰਨੀ ਹੈ। ਨੈਕਸਟ ਆਉਂਦਾ ਹਾਈਲਾਈਟ ਕਰੈਕਟ ਸਮਰੀ, and next is the MCQ single answer, means ਤੁਸੀਂ ਇੱਕ ਲੈਕਚਰ ਸੁਣੋਗੇ ਤਾਂ ਇੱਕ ਆਨਸਰ ਹੀ ਕਰੈਕਟ ਹੋਏਗਾ। ਤੇ ਲਾਸਟ ਵਿੱਚ ਆਉਂਦਾ select missing words, next is the highlight incorrect words, ਤੇ ਲਾਸਟ ਆਉਂਦਾ write from dictation। ਮੀਨਸ 8 ਮੋਡਿਊਲਸ ਨੇ ਤੁਹਾਡੇ ਲਿਸਨਿੰਗ ਦੇ ਤੇ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਤੁਹਾਡੀ ਰਹੇਗੀ ਸਮਰਾਈਜ਼ ਸਪੋਕਨ ਟੈਕਸਟ ਦੀ, ਫਿਲਿੰਗ ਦਾ ਬਲੈਂਕਸ ਦੀ, ਹਾਈਲਾਈਟ ਇਨਕਰੈਕਟ ਵਰਡਸ ਦੀ ਤੇ ਰਾਈਟ ਫਰੋਮ ਡਿਕਟੇਸ਼ਨ ਦੀ। ਇਹ ਚਾਰੋਂ ਮੋਡਿਊਲਸ ਲਿਸਨਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਕੰਟਰੀਬਿਊਟ ਕਰਦੇ ਹਨ। ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ, ਮਤਲਬ ਜਦੋਂ ਵੀ ਤੁਸੀਂ ਆਪਣੀ ਤਿਆਰੀ ਸਟਾਰਟ ਕਰਨੀ ਹੈ ਤਾਂ ਤੁਸੀਂ ਇਹਨਾਂ ਚਾਰੋਂ ਮੋਡਿਊਲਸ ਤੇ ਸਭ ਤੋਂ ਜ਼ਿਆਦਾ ਫੋਕਸ ਕਰਨਾ ਹੈ। ਸਿਮਿਲਰਲੀ ਜਿਵੇਂ ਰੀਡਿੰਗ ਹੈ ਉਹਦੇ ਵਿੱਚ ਤੁਸੀਂ ਬਲੈਂਕਸ, ਰੀਡਿੰਗ ਐਂਡ ਰਾਈਟਿੰਗ ਫਿਲ ਇਨ ਦਾ ਬਲੈਂਕਸ, ਰੀਡਿੰਗ ਫਿਲਿੰਗ ਦਾ ਬਲੈਂਕਸ ਐਂਡ ਰੀਆਰਡਰ ਪੈਰਾਗ੍ਰਾਫ, ਇਹਨਾਂ ਤਿੰਨਾਂ ਤੇ ਫੋਕਸ ਕਰਨਾ ਹੈ। ਰਾਈਟਿੰਗ 'ਚ ਤੁਸੀਂ ਦੋਨੋਂ ਹੀ ਕਰੋਗੇ ਕਿਉਂਕਿ ਉਸ ਤੋਂ ਬਿਨਾਂ ਤਾਂ ਰਾਈਟਿੰਗ ਪੋਸੀਬਲ ਹੀ ਨਹੀਂ ਹੈ ਕਿ ਤੁਹਾਡੀ ਕਲੀਅਰ ਹੋ ਜਾਏ। ਤੇ ਅਗਲਾ ਸਪੀਕਿੰਗ ਹੈ, ਸਪੀਕਿੰਗ ਦੇ ਜਿਹੜੇ ਫਸਟ 4 ਮੋਡਿਊਲਸ ਨੇ ਤੁਸੀਂ ਉੱਥੇ ਕਰਨਾ ਹੈ, ਮਤਲਬ ਰੀਡ ਅਲਾਊਡ, ਰਿਪੀਟ ਸੈਂਟੈਂਸ, ਡਿਸਕ੍ਰਾਈਬ ਇਮੇਜ ਤੇ ਰੀਟਨ ਲੈਕਚਰ। ਅੱਗੇ ਅਸੀਂ ਗੱਲ ਕਰਦੇ ਹਾਂ PTE ਐਗਜ਼ਾਮ ਟਿਪਸ ਦੀ, ਮਤਲਬ ਐਗਜ਼ਾਮ ਦੇ ਕੀ ਟਿਪਸ ਨੇ। First point on that, the first step you have to take is to create a strategy. In this strategy you have to plan how you are going to study and what steps you are going to take। ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕਿਸ ਲੈਵਲ ਤੇ ਸਟੈਂਡ ਕਰਦਾ। ਹਰ ਬੱਚੇ ਨੂੰ ਪਤਾ ਕਿ ਮੈਂ ਇੰਗਲਿਸ਼ ਮੈਨੂੰ ਕਿੰਨੇ ਵਧੀਆ ਤਰੀਕੇ ਨਾਲ ਆਉਂਦੀ ਹੈ ਤੇ ਕਿੱਥੇ ਮੈਂ ਸਟੈਂਡ ਕਰ ਰਿਹਾ। ਉਸ ਹਿਸਾਬ ਦੇ ਨਾਲ ਤੁਹਾਨੂੰ ਆਪਣੀ ਇੱਕ ਸਟ੍ਰੈਟਜੀ ਬਣਾਉਣੀ ਹੈ ਕਿ ਮੈਨੂੰ ਕਿਹੜੇ ਮੋਡਿਊਲਸ ਤੇ ਕਿੰਨੀ ਪ੍ਰੈਕਟਿਸ ਦੀ ਜ਼ਰੂਰਤ ਹੈ। ਮਤਲਬ ਕਈ ਬੱਚਿਆਂ ਨੂੰ ਬਿਲਕੁਲ ਬੇਸਿਕ ਤੋਂ ਸਟਾਰਟ ਕਰਨਾ ਪੈਂਦਾ ਹੈ ਤਾਂ ਉਹਨਾਂ ਨੂੰ ਹਰ ਕੁਝ ਹੀ ਕਰਨਾ ਪਏਗਾ, ਬਟ ਕੁਝ ਬੱਚੇ ਹੁੰਦੇ ਆ ਕਿ ਜਿਨ੍ਹਾਂ ਨੂੰ ਕੁਝ ਪੁਆਇੰਟਸ ਦੀ ਨੌਲੇਜ ਹੁੰਦੀ ਹੈ, ਮਤਲਬ ਉਹਨਾਂ ਦੀ ਲਿਸਨਿੰਗ ਵਧੀਆ ਹੈ ਜਾਂ ਰਾਈਟਿੰਗ ਵਧੀਆ ਹੈਗੀ ਹੈ, ਸਪੀਕਿੰਗ ਵਧੀਆ ਹੁੰਦੀ ਹੈ ਬੱਚਿਆਂ ਦੀ, ਤੇ ਉਹਨਾਂ ਨੇ ਉਸ ਹਿਸਾਬ ਦੇ ਨਾਲ ਪ੍ਰੈਕਟਿਸ ਕਰਨੀ ਹੈ ਤੇ ਤੁਸੀਂ ਉਸੀ ਦੇ ਅਕੋਰਡਿੰਗ ਆਪਣੀ ਇੱਕ ਸਟ੍ਰੈਟਜੀ ਬਣਾਉਣੀ ਹੈ ਕਿ ਮੈਂ ਇਹਨਾਂ ਪੁਆਇੰਟਸ ਤੇ ਇੰਨਾ ਫੋਕਸ ਕਰਨਾ ਹੈ। Second ਹੈਗਾ practice is the key to success, the more you will practice the more chances you will have to good scores। means ਜਿਹੜੇ ਸਟੂਡੈਂਟਸ ਹੁੰਦੇ ਆ ਉਹਨਾਂ ਦੀ ਜ਼ਿਆਦਾ ਰਿਕੁਆਇਰਮੈਂਟ 6 ਬੈਂਡਸ ਦੀ ਹੁੰਦੀ ਹੈ, ਬਟ ਅਗਰ ਤੁਹਾਡਾ ਉਸ ਤੋਂ ਵੀ ਵਧੀਆ ਸਕੋਰ ਆਉਂਦਾ ਤਾਂ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ। ਸੋ ਤੁਹਾਨੂੰ ਪ੍ਰੈਕਟਿਸ ਤਾਂ ਕਰਨੀ ਹੀ ਪਏਗੀ। ਕਈ ਸਟੂਡੈਂਟਸ ਕਹਿੰਦੇ ਆ ਕਿ ਮੈਨੂੰ ਸਪੀਕਿੰਗ 'ਚ ਪ੍ਰੋਬਲਮ ਆਉਂਦੀ ਹੈ, ਕਈਆਂ ਨੂੰ ਰੀਡਿੰਗ 'ਚ ਪ੍ਰੋਬਲਮ ਆਉਂਦੀ ਹੈ, ਕਈਆਂ ਨੂੰ ਲਿਸਨਿੰਗ 'ਚ ਪ੍ਰੋਬਲਮ ਹੈ, ਕਈਆਂ ਨੂੰ ਰਾਈਟਿੰਗ 'ਚ ਪ੍ਰੋਬਲਮ ਹੈ। ਤਾਂ ਬੈਟਰ ਹੈ ਕਿ ਜਿਹੜੇ ਮੋਡਿਊਲ 'ਚ ਤੁਹਾਨੂੰ ਪ੍ਰੋਬਲਮ ਹੈ, ਜਿਸ ਪਾਰਟ ਵਿੱਚ ਤੁਹਾਨੂੰ ਪ੍ਰੋਬਲਮ ਹੈ, ਤੁਸੀਂ ਉਸੀ ਦੀ ਪ੍ਰੈਕਟਿਸ 'ਤੇ ਜ਼ਿਆਦਾ ਜ਼ੋਰ ਦੇਣਾ ਤੇ ਬਾਕੀ ਪ੍ਰੈਕਟਿਸ ਤੁਸੀਂ ਕਰੋ, ਬਟ ਉਹਦੇ ਲਈ ਤੁਸੀਂ ਆਪਣਾ ਟਾਈਮ ਅਲੱਗ ਸੈੱਟ ਕਰ ਸਕਦੇ ਹੋ। ਜਿੱਥੇ ਤੁਸੀਂ ਵੀਕ ਹੋ ਉੱਥੇ ਟਾਈਮ ਰਿਕੁਆਇਰਮੈਂਟ ਤੁਹਾਡੀ ਹੋਰ ਹੋਏਗੀ। Next point on that, when you start practicing you will get complete information about your strong and weak points। pay more attention to your weak points than your strong points। means ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਕੋਈ ਵੀ ਸੌਫਟਵੇਅਰ ਤੁਸੀਂ ਰੈਫਰ ਕਰਦੇ ਹੋ, ਜਿਵੇਂ ਕਿ ਤੁਸੀਂ AP ਯੂਨੀਅਨ ਲੈ ਲਿਆ ਜਾਂ TCY ਲੈ ਲਿਆ ਜਾਂ ਗੁਰੂਲੀ ਲੈ ਲਿਆ
ਜਾਂ ਫਿਰ ਕਈ ਬੱਚੇ ਅਲਫਾਬੇਟੀ ਵੀ ਫੋਲੋ ਕਰਦੇ ਹੈ ਜਾਂ ਲੈਂਗੁਏਜ ਅਕੈਡਮੀ ਵੀ ਫੋਲੋ ਕਰਦੇ ਹੋ, ਤਾਂ ਉੱਥੇ ਉਹ ਤੁਹਾਨੂੰ ਮਤਲਬ ਜਿਵੇਂ ਤੁਸੀਂ ਮੰਨ ਲਓ ਕਿ ਪਹਿਲਾਂ ਸਪੀਕਿੰਗ ਦੀ ਪ੍ਰੈਕਟਿਸ ਸਟਾਰਟ ਕੀਤੀ, ਤਾਂ ਸਪੀਕਿੰਗ 'ਚ ਤੁਸੀਂ ਰੀਡ ਅਲਾਊਡ ਕਰ ਲਿਆ, ਰਿਪੀਟ ਸੈਂਟੈਂਸ ਕਰ ਲਿਆ, ਡਿਸਕ੍ਰਾਈਬ ਇਮੇਜ ਕਰ ਲਈ, ਰੀਟਨ ਲੈਕਚਰ ਕਰ ਲਿਆ, ਤਾਂ ਉਹ ਤੁਹਾਡੀ ਸਕੋਰਿੰਗ ਵੀ ਦਿੰਦਾ ਹੈ ਕਿ ਹਾਂ ਮਤਲਬ ਇਹਦੇ 'ਚ ਤੁਹਾਡੀ ਇੰਨੀ ਸਕੋਰਿੰਗ ਆਈ ਹੈ। ਜਾਂ ਤੁਸੀਂ ਕੋਈ ਸੈਕਸ਼ਨ ਟੈਸਟ ਦਿੰਦੇ ਹੋ, ਸੈਕਸ਼ਨ ਟੈਸਟ ਹਰ ਮੋਡਿਊਲ ਦਾ ਅਲੱਗ-ਅਲੱਗ ਹੁੰਦਾ ਹੈ, ਹਰ ਸੈਕਸ਼ਨ ਦਾ, ਤੇ ਉੱਥੇ ਤੁਹਾਨੂੰ ਪਤਾ ਚੱਲ ਜਾਂਦਾ ਹੈ ਕਿ ਮੈਂ ਇੱਥੇ ਇਸ ਏਰੀਆ ਵਿੱਚ ਲੈਕ ਕਰ ਰਿਹਾ ਹਾਂ, ਤਾਂ ਤੁਸੀਂ ਉਸ ਏਰੀਆ ਨੂੰ ਲੈ ਕੇ ਹੀ ਪ੍ਰੈਕਟਿਸ ਸਟਾਰਟ ਕਰਨੀ ਹੈ ਕਿ ਹਾਂ ਮੇਰੇ ਇਹ ਏਰੀਆਜ਼ ਵੀਕ ਨੇ ਤੇ ਮੈਂ ਇੱਥੇ ਜ਼ਿਆਦਾ ਪ੍ਰੈਕਟਿਸ ਕਰਨੀ ਹੈ। Next point on that, during your practice start preparing notes. These notes will help you to do last time revision when there will be only a few days left for your exam. ਵੈਸੇ ਤਾਂ ਪੀਟੀ ਦੇ ਵਿੱਚ ਜ਼ਿਆਦਾ ਨੋਟਸ ਦੀ ਜ਼ਰੂਰਤ ਨਹੀਂ ਪੈਂਦੀ, ਬਟ ਇਨ ਕੇਸ ਜਦੋਂ ਤੁਸੀਂ ਨੋਟਸ ਬਣਾਉਂਦੇ ਆ ਤਾਂ ਤੁਸੀਂ ਵੋਕੈਬਲਰੀ ਮੈਂਸ਼ਨ ਕਰ ਸਕਦੇ ਹੋ। ਮਤਲਬ ਜਿਵੇਂ ਤੁਹਾਨੂੰ ਰਾਈਟਿੰਗ 'ਚ ਪ੍ਰੋਬਲਮ ਆ ਰਹੀ ਹੈ ਤਾਂ ਜਿਹੜੇ ਸਪੈਲਿੰਗਸ ਤੁਹਾਨੂੰ ਡਿਫਿਕਲਟ ਲੱਗ ਰਹੇ ਆ ਤੁਸੀਂ ਉਹ ਨੋਟ ਡਾਊਨ ਕਰ ਸਕਦੇ ਹੋ। ਆਪਣੀ ਵਕੈਬ ਨੂੰ ਇੰਪਰੂਵ ਕਰਨ ਲਈ ਕੁਝ ਪੁਆਇੰਟਸ, ਕੁਝ ਵਰਡਸ ਲਿਖ ਸਕਦੇ ਹੋ ਜੋ ਕਿ ਤੁਸੀਂ ਲਾਸਟ ਟਾਈਮ ਰਿਵਾਈਜ਼ ਕਰ ਸਕਦੇ ਹੋ ਕਿ ਹਾਂ ਮਤਲਬ ਇੱਥੇ ਮੈਨੂੰ ਪ੍ਰੋਬਲਮ ਆ ਰਹੀ ਸੀ ਤੇ ਇਹ ਸਪੈਲਿੰਗ ਨੇ ਜਿਹੜੀਆਂ ਮੇਰੀਆਂ ਸਭ ਤੋਂ ਜ਼ਿਆਦਾ ਮਿਸਟੇਕਸ ਹੋਈਆਂ ਤੇ ਉਹ ਤੁਸੀਂ ਨੋਟ ਕਰ ਸਕਦੇ ਹੋ। ਤੇ ਕੁਝ ਗ੍ਰਾਮਰ ਰੂਲਸ ਹੁੰਦੇ ਨੇ ਜਿਵੇਂ ਤੁਸੀਂ ਰੀਡਿੰਗ ਦੇ ਵਿੱਚ ਫੋਲੋ ਕਰਨੇ ਆ ਗ੍ਰਾਮਰ ਰੂਲਸ, ਤਾਂ ਤੁਸੀਂ ਉਹ ਰੂਲਸ ਵੀ ਲਿਖ ਸਕਦੇ ਹੋ ਕਿ ਲਾਸਟ ਟਾਈਮ ਜਾਂਦੇ ਹੋਏ ਤੁਸੀਂ ਰਿਵਾਈਜ਼ ਕਰ ਲਈ। ਅਦਰਵਾਈਜ਼ ਪੀਟੀ ਦੇ ਵਿੱਚ ਜ਼ਿਆਦਾ ਨੋਟਸ ਦੀ ਜ਼ਰੂਰਤ ਨਹੀਂ ਪੈਂਦੀ, ਮਤਲਬ ਮੇਨ ਤੁਹਾਡੀ ਵੋਕੈਬਲਰੀ ਹੋ ਗਈ ਜਾਂ ਤੁਹਾਡੇ ਕੁਝ ਸਪੈਲਿੰਗਸ ਹੋ ਗਏ ਜਿੱਥੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਜਾਂ ਫਿਰ ਥੋੜ੍ਹੇ ਜਿਹੇ ਗ੍ਰਾਮਰ ਦੇ ਰੂਲਸ ਹੋ ਗਏ, ਕਿਉਂਕਿ ਇੱਥੇ ਆਪਾਂ ਜ਼ਿਆਦਾ ਗ੍ਰਾਮਰ ਫੋਲੋ ਹੀ ਨਹੀਂ ਕਰ ਰਹੇ, ਤੇ ਉਹ ਪੁਆਇੰਟਸ ਤੁਸੀਂ ਇਨਕਲੂਡ ਕਰ ਸਕਦੇ ਹੋ ਆਪਣੇ ਨੋਟਸ ਦੇ ਵਿੱਚ। Next ਆਉਂਦਾ ਹੈ ਕਿ practice in a noisy place. You will not get a quiet environment during your exam. There will be the noise of other students who are giving their tests. So to tackle this problem, start practicing in a noisy place. ਮੀਨਸ ਅਗਰ ਤੁਸੀਂ ਕਿਸੇ ਕੋਚਿੰਗ ਇੰਸਟੀਚਿਊਟ ਦੇ ਵਿੱਚ ਪ੍ਰੈਕਟਿਸ ਕਰ ਰਹੇ ਹੋ ਤਾਂ ਉਹ ਬਹੁਤ ਬੈਟਰ ਹੈ, ਕਿਉਂਕਿ ਜਦੋਂ ਤੁਸੀਂ ਐਗਜ਼ਾਮ ਦੇਣਾ ਤਾਂ ਤੁਸੀਂ ਨਾਲ ਨਾਲ ਬੈਠ ਕੇ ਹੀ ਦੇਣਾ। ਮਤਲਬ ਐਦਾਂ ਨਹੀਂ ਹੋਏਗਾ ਕਿ ਤੁਹਾਨੂੰ ਅਲੱਗ ਤੋਂ ਕੈਬਿਨ ਮਿਲੇਗਾ ਜਾਂ ਤੁਹਾਨੂੰ ਨੋਇਸ ਨਹੀਂ ਆਏਗੀ, ਕੁਛ ਨੋਇਸ ਪ੍ਰੂਫ ਉੱਥੇ ਲੱਗਿਆ ਹੋਇਆ ਨਹੀਂ। ਮਤਲਬ ਜਦੋਂ ਵੀ ਟੈਸਟ ਸਟਾਰਟ ਹੋ ਗਿਆ, ਮੰਨ ਲਓ ਕਿ ਇੱਕ ਸੈਂਟਰ ਦੇ ਵਿੱਚ 20 ਬੱਚੇ ਪੇਪਰ ਦੇ ਰਹੇ ਆ ਤਾਂ 20 ਬੱਚਿਆਂ ਦਾ ਟੈਸਟ ਸੇਮ ਟਾਈਮ ਤੇ ਸਟਾਰਟ ਹੋਣਾ ਹੈ ਤੇ ਸਭ ਤੋਂ ਪਹਿਲਾਂ ਸਭ ਨੂੰ ਸਪੀਕਿੰਗ ਹੀ ਆਉਣਾ ਹੈ ਤੇ ਸਭ ਨੇ ਇੱਕ ਟਾਈਮ ਤੇ ਹੀ ਬੋਲਣਾ ਸ਼ੁਰੂ ਕਰਨਾ ਹੈ। ਸੋ ਬੈਟਰ ਹੈ ਕਿ ਤੁਹਾਨੂੰ ਨੋਇਸ ਵਿੱਚ ਬੈਠ ਕੇ ਟੈਸਟ ਦੇਣ ਦੀ ਜਾਂ ਪ੍ਰੈਕਟਿਸ ਕਰਨ ਦੀ ਆਦਤ ਹੋਵੇ, ਤਾਂ ਕਿ ਤੁਹਾਨੂੰ ਇਹ ਵੀ ਪਤਾ ਲੱਗੇ ਕਿ ਮਤਲਬ ਤੁਹਾਡਾ ਸਕੋਰ ਕਿੰਨਾ ਕੁ ਅਫੈਕਟ ਕਰ ਰਿਹਾ ਅਗਰ ਤੁਸੀਂ ਨੋਇਸੀ ਇਨਵਾਇਰਨਮੈਂਟ ਦੇ ਵਿੱਚ ਬੈਠ ਕੇ ਪੇਪਰ ਦੇ ਰਹੇ ਹੋ। ਤੇ ਦੂਜੀ ਇਹ ਗੱਲ ਹੈਗੀ ਹੈ ਕਿ ਕਈ ਸਟੂਡੈਂਟਸ ਕਹਿੰਦੇ ਆ ਕਿ ਹਾਂ ਉਹਨੇ ਮਤਲਬ ਮੈਂ ਪੇਪਰ ਦੇ ਰਿਹਾ ਸੀ ਤੇ ਮੈਂ ਪੇਪਰ ਦੇ ਰਿਹਾ ਤੇ ਦੂਜੇ ਬੱਚੇ ਦੀ ਆਵਾਜ਼ ਮੈਨੂੰ ਚੱਕ ਲਈ ਮੇਰੇ ਸੌਫਟਵੇਅਰ ਨੇ ਤੇ ਮੈਨੂੰ ਮਾਰਕਸ ਨਹੀਂ ਆਏ। ਐਵੇਂ ਦਾ ਕੁਝ ਨਹੀਂ ਹੁੰਦਾ। ਤੁਸੀਂ ਕਿਸੇ ਵੀ ਟੈਸਟ ਸੈਂਟਰ 'ਚ ਜਾ ਕੇ ਅਗਰ ਪੇਪਰ ਦੇ ਰਹੇ ਹੋ ਤਾਂ ਉਹਨਾਂ ਦੇ ਜਿਹੜੇ ਹੈਡਸੈਟ ਨੇ ਉਹ ਬਹੁਤ ਫਾਈਨ ਕੁਆਲਿਟੀ ਦੇ ਹੁੰਦੇ ਹਨ ਤੇ ਤੁਸੀਂ ਆਪਣੀ ਪੇਸ ਨੂੰ ਲੈ ਕੇ ਐਗਜ਼ਾਮ ਦੇਣਾ। ਤੁਸੀਂ ਦੂਜੇ ਬੱਚੇ ਤੋਂ ਡਿਸਟਰਬ ਨਹੀਂ ਹੋਣਾ ਕਿ ਉਹ ਕੀ ਕਰ ਰਿਹਾ ਹੈ। ਮਤਲਬ ਮੇਨ ਜਿਹੜੀ ਪ੍ਰੋਬਲਮ ਆਏਗੀ ਉਹ ਸਪੀਕਿੰਗ 'ਚ ਆਉਂਦੀ ਹੈ ਥੋੜ੍ਹੀ ਬਹੁਤੀ, ਅਦਰਵਾਈਜ਼ ਬਾਕੀ ਸੈਕਸ਼ਨਸ ਦਾ ਕੋਈ ਇਸ਼ੂ ਨਹੀਂ ਹੈਗਾ। ਅਗਲਾ ਪੁਆਇੰਟ ਹੈਗਾ ਕਿ vocabulary is one of the essential factors if you want to improve your scores, so work on it and try to strengthen it as much as you can. ਵੋਕੈਬਲਰੀ ਦੀ ਸਾਨੂੰ ਜ਼ਿਆਦਾ ਜ਼ਰੂਰਤ ਪੈਂਦੀ ਹੈ ਰੀਡਿੰਗ ਸੈਕਸ਼ਨ ਦੇ ਵਿੱਚ, ਕਿਉਂਕਿ ਰੀਡਿੰਗ ਮੋਸਟਲੀ ਬੱਚਿਆਂ ਨੂੰ ਡਿਫਿਕਲਟ ਲੱਗਦਾ ਹੈ ਤੇ ਜੇ ਤੁਸੀਂ ਵਕੈਬ ਨੂੰ ਇੰਪਰੂਵ ਕਰ ਰਹੇ ਹੋ, ਆਪਣੀ ਵਕੈਬ ਜਿੰਨੀ ਜ਼ਿਆਦਾ ਇੰਪਰੂਵ ਕਰ ਸਕਦੇ ਹੋ ਤਾਂ ਉਨਾ ਤੁਹਾਡੇ ਲਈ ਬੈਟਰ ਹੈ। ਮਤਲਬ ਤੁਸੀਂ ਰੋਜ਼ ਅਗਰ ਕੁਝ ਨਵਾਂ ਪੜ੍ਹ ਰਹੇ ਹੋ ਜਾਂ ਫਿਰ ਤੁਸੀਂ ਬਲੈਂਕਸ ਹੀ ਨਵੀਆਂ ਕੀਤੀਆਂ ਤੇ ਉੱਥੇ ਤੁਸੀਂ ਕੁਝ ਸਮਝ ਕੇ ਤੁਹਾਨੂੰ ਉਸ ਵਰਡ ਦਾ ਮੀਨਿੰਗ ਸਮਝ ਆ ਰਿਹਾ ਤਾਂ ਤੁਸੀਂ ਉਹ ਵਰਡਸ ਨੂੰ ਨੋਟ ਡਾਊਨ ਕਰਨਾ ਹੈ। ਸਿਰਫ ਉਹਨੂੰ ਨੋਟ ਡਾਊਨ ਕਰਕੇ ਨਹੀਂ ਰੱਖਣਾ, ਮਤਲਬ ਤੁਸੀਂ ਲਿਖ ਲਿਆ ਕਾਪੀ ਦੇ ਵਿੱਚ ਤੇ ਗੱਲ ਖਤਮ ਹੋ ਗਈ। ਉਹਨੂੰ ਰਿਵਾਈਜ਼ ਵੀ ਕਰਨਾ ਹੈ ਕਿ ਅੱਜ ਮੈਂ ਇਹ ਪੜ੍ਹਿਆ ਸੀ ਤੇ ਉਹਨੂੰ ਟਰਾਈ ਕਰਨਾ ਹੈ ਕਿ ਤੁਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਯੂਜ਼ ਕਰ ਸਕੋ, ਕਿਉਂਕਿ ਜੇ ਤੁਸੀਂ ਉਹਨੂੰ ਯੂਜ਼ ਕਰੋਗੇ ਤਾਂ ਹੀ ਤੁਹਾਨੂੰ ਉਹਦਾ ਮੀਨਿੰਗ ਕਲੀਅਰ ਹੋਏਗਾ। ਮਤਲਬ ਜੇ ਤੁਸੀਂ ਲਿਖ ਕੇ ਰੱਖ ਲਿਆ ਤਾਂ ਅਗਰ 4 ਦਿਨ ਬਾਅਦ ਉਹਨੂੰ ਯਾਦ ਕਰੋਗੇ ਤਾਂ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਯਾਦ ਹੀ ਰਹੇ। ਤਾਂ ਬੈਟਰ ਹੈ ਕਿ ਜਿੰਨੇ ਵਰਡਸ ਤੁਸੀਂ ਅੱਜ ਲਿਖੇ ਆ ਤਾਂ ਉਹਨੂੰ ਆਪਣੀ ਡੇਲੀ ਲਾਈਫ ਦੇ ਵਿੱਚ ਯੂਜ਼ ਕਰਕੇ ਦੇਖੋ ਕਿ ਉਹ ਕਿੱਥੇ ਤੁਸੀਂ ਇੰਪਲੀਮੈਂਟ ਕਰ ਸਕਦੇ ਹੋ। Next on the practice your pronunciations using free online service that converts speech to text. ਮਤਲਬ ਅਗਰ ਤੁਸੀਂ ਐਂਡਰੋਇਡ ਫੋਨ ਯੂਜ਼ ਕਰ ਰਹੇ ਹੋ ਤਾਂ ਤੁਹਾਡੇ
ਜਦੋਂ ਤੁਸੀਂ ਔਨ ਕਰਦੇ ਹੋ ਤਾਂ ਤੁਹਾਡੀ ਸਪੀਚ ਮਤਲਬ ਜਿਹੜੀ ਹੈਗੀ ਉਹ ਟੈਕਸਟ ਦੇ ਵਿੱਚ ਕਨਵਰਟ ਹੁੰਦੀ ਹੈ। ਗੂਗਲ ਸਪੀਚ ਤੁਸੀਂ ਯੂਜ਼ ਕਰਦੇ ਹੋ। ਕਈ ਵਾਰ ਜਦੋਂ ਤੁਸੀਂ ਸਪੀਕਿੰਗ ਦੀ ਪ੍ਰੈਕਟਿਸ ਕਰਦੇ ਆ, ਮਤਲਬ ਜਾਂ ਤੁਸੀਂ ਡਿਸਕ੍ਰਾਈਬ ਇਮੇਜ ਕਰ ਰਹੇ ਹੋ ਜਾਂ ਰਿਪੀਟ ਸੈਂਟੈਂਸ ਹੀ ਕਰ ਰਹੇ ਹੋ, ਤਾਂ ਕੁਝ ਵਰਡਸ ਤੁਹਾਡੇ ਪਿਕ ਨਹੀਂ ਹੁੰਦੇ। ਮੈਂ ਤੁਸੀਂ ਪ੍ਰੈਕਟਿਸ ਦੇ ਟਾਈਮ ਦੇਖਿਆ ਹੋਵੇਗਾ ਕਿ ਤੁਸੀਂ ਬੋਲ ਤਾਂ ਠੀਕ ਰਹੇ ਹੋ, ਬਟ ਸੌਫਟਵੇਅਰ ਨੇ ਤੁਹਾਡੇ ਵਰਡਸ ਪਿਕ ਨਹੀਂ ਕੀਤੇ। ਤਾਂ ਹਰ ਸੌਫਟਵੇਅਰ, ਜਿਵੇਂ ਕਿ ਮੈਂ ਆਪਣੀ ਲਾਸਟ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਹਰ ਕਿਸੇ ਦੀ ਪ੍ਰੋਗਰਾਮਿੰਗ ਡਿਫਰੈਂਟ ਹੈ। ਕਈ ਸੌਫਟਵੇਅਰ ਐਵੇਂ ਦੇ ਵੀ ਨਹੀਂ ਕਿ ਜਿਹੜੀਆਂ ਫਿਗਰਸ ਜਾਂ ਨੰਬਰਸ ਨਹੀਂ ਚੱਕਦੇ। ਮਤਲਬ ਤੁਸੀਂ 12,000 ਬੋਲਿਆ ਜਾਂ 11,000 ਬੋਲਿਆ ਜਾਂ 10 ਬੋਲਿਆ ਜਾਂ 2001 ਬੋਲਿਆ, ਤੇ ਉਹ ਤੁਹਾਡੀਆਂ ਉਹਨਾਂ ਨੂੰ ਨੰਬਰਸ ਨੂੰ ਪਿਕ ਹੀ ਨਹੀਂ ਕਰਨਗੇ। ਮਤਲਬ ਉਹ ਤੁਹਾਡਾ ਰੈੱਡ ਹੀ ਹਾਈਲਾਈਟ ਕਰਨਗੇ ਕਿ ਇਹ ਤੁਹਾਡਾ ਗਲਤ ਹੈ। ਤੇ ਮਤਲਬ ਉਹਨੇ ਸਪੀਚ ਨੂੰ ਟੈਕਸਟ ਦੇ ਵਿੱਚ ਕਨਵਰਟ ਹੀ ਨਹੀਂ ਕੀਤਾ। ਜੇ ਤੁਹਾਨੂੰ ਐਵੇਂ ਦਾ ਡਾਊਟ ਹੈ ਤਾਂ ਅਗਰ ਤੁਸੀਂ ਐਪਲ ਯੂਜ਼ ਕਰ ਰਹੇ ਹੋ ਤਾਂ ਤੁਸੀਂ ਸੀਰੀ ਤੇ ਚੈੱਕ ਕਰ ਸਕਦੇ ਹੋ। ਅਗਰ ਤੁਸੀਂ ਐਂਡਰੋਇਡ ਯੂਜ਼ ਕਰ ਰਹੇ ਹੋ ਤਾਂ ਗੂਗਲ ਸਪੀਚ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਜਿਹੜੀ ਸਪੀਚ ਹੈ ਉਹ ਟੈਕਸਟ ਦੇ ਵਿੱਚ ਕਨਵਰਟ ਹੋ ਰਹੀ ਹੈ। ਅਗਰ ਤੁਹਾਡੇ ਫੋਨ ਤੇ ਹੋ ਰਹੀ ਹੈ ਤਾਂ ਡਰਨ ਦਾ ਕੋਈ ਰੀਜ਼ਨ ਨਹੀਂ ਹੈਗਾ, ਕਿਉਂਕਿ ਫਾਈਨਲ ਦੇ ਵਿੱਚ ਐਵੇਂ ਨਹੀਂ ਹੁੰਦਾ। ਮਤਲਬ ਉਹ ਤੁਹਾਡੀ ਸਪੀਚ ਨੂੰ ਟੈਕਸਟ ਦੇ ਵਿੱਚ ਕਨਵਰਟ ਕਰਦਾ ਹੈ। ਤੇ ਤੁਸੀਂ, ਜੇ ਤੁਹਾਨੂੰ ਡਾਊਟ ਹੈ ਤਾਂ ਤੁਸੀਂ ਆਪਣੇ ਫੋਨ ਤੋਂ ਵੀ ਉਹਨੂੰ ਚੈੱਕ ਕਰਕੇ ਦੇਖ ਸਕਦੇ ਹੋ। ਨੈਕਸਟ ਹੈ ਇੰਪਰੂਵ ਯੂਰ ਫਲੂਐਂਸੀ ਬਾਈ ਸਪੀਕਿੰਗ ਐਟ ਅ ਮੋਡਰੇਟ ਪੇਸ। ਜਿਵੇਂ ਕਿ ਮੈਂ ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਸੀਗਾ ਕਿ ਜਿਹੜੀ ਫਲੂਐਂਸੀ ਹੈ ਉਹ ਬਹੁਤ ਮੈਟਰ ਕਰਦੀ ਹੈ। ਤਾਂ ਫਲੂਐਂਸੀ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਿੰਨੀ ਫਾਸਟ ਬੋਲਿਆ ਜਾਂ ਕਿੰਨੀ ਤੁਸੀਂ ਸਲੋ ਬੋਲਿਆ। ਫਲੂਐਂਸੀ ਦਾ ਮਤਲਬ ਸਿਰਫ ਇੰਨਾ ਹੈ ਕਿ ਤੁਸੀਂ ਮੋਡਰੇਟ ਸਪੇਸ ਤੇ ਬੋਲਣਾ ਹੈ। ਜਿਵੇਂ ਕਿ ਮੈਂ ਤੁਹਾਨੂੰ ਹੁਣ ਬੋਲ ਕੇ ਦਿਖਾਉਂਦੀ ਹਾਂ, ਇੰਪਰੂਵ ਯੂਰ ਫਲੂਐਂਸੀ ਬਾਈ ਸਪੀਕਿੰਗ ਐਟ ਅ ਮੋਡਰੇਟ ਪੇਸ। ਮਤਲਬ ਤੁਸੀਂ ਐਵੇਂ ਨਹੀਂ ਬੋਲਣਾ ਕਿਉਂਕਿ ਸੌਫਟਵੇਅਰ ਨੂੰ ਤਾਂ ਸਮਝ ਹੀ ਨਹੀਂ ਆਉਣਾ। ਆਪਾਂ AI ਯੂਜ਼ ਕਰ ਰਹੇ ਹਾਂ, ਤਾਂ ਜੇ ਤੁਸੀਂ ਇੰਨੀ ਸਪੇਸ ਤੇ ਬੋਲ ਰਹੇ ਹੋ, ਮਤਲਬ ਇੰਨੀ ਫਾਸਟ ਬੋਲ ਰਹੇ ਹੋ, ਤਾਂ ਕੁਝ ਵਰਡਸ ਤੁਹਾਡੇ ਉਹਨੂੰ ਸਮਝ ਹੀ ਨਹੀਂ ਆਉਣੇ, ਕਿਉਂਕਿ ਪ੍ਰੋਨੰਸੀਏਸ਼ਨ ਦੇ ਵੀ ਨੰਬਰ ਹੈ ਨਾ, ਸਿਰਫ ਫਲੂਐਂਸੀ ਦੇ ਨੰਬਰ ਨਹੀਂ ਹੈਗੇ। ਤਾਂ ਤੁਸੀਂ ਐਵੇਂ ਬੋਲਣਾ ਹੈ, ਇੰਪਰੂਵ ਯੂਰ ਫਲੂਐਂਸੀ ਬਾਈ ਸਪੀਕਿੰਗ ਐਟ ਅ ਮੋਡਰੇਟ ਪੇਸ। ਮਤਲਬ ਬਹੁਤ ਹੌਲੀ ਵੀ ਨਹੀਂ ਬੋਲਣਾ ਤੇ ਬਹੁਤ ਫਾਸਟ ਵੀ ਨਹੀਂ ਬੋਲਣਾ। ਨੈਕਸਟ ਆਉਂਦਾ ਹੈ ਕਿ ਮੇਕ ਇਟ ਅ ਹੈਬਿਟ ਟੂ ਰੀਡ ਟੈਕਸਟ ਐਂਡ ਲਿਟਰੇਚਰ ਆਫ ਡਿਫਰੈਂਟ ਫੀਲਡਸ। ਮੀਨਸ ਜਿਵੇਂ ਕਿ ਤੁਸੀਂ ਕੁਝ ਪੈਰਾਗ੍ਰਾਫਸ ਪੜ੍ਹਦੇ ਹੋ, ਰੀਡਿੰਗ ਦੇ ਵਿੱਚ ਵੀ ਕੁਝ ਪੈਰਾਗ੍ਰਾਫਸ ਆਉਂਦੇ ਹੈ, ਤੇ ਤੁਸੀਂ ਸਮਰੀ ਵੀ ਲਿਖਦੇ ਹੋ, ਸਮਰਾਈਜ਼ ਸਪੋਕਨ ਟੈਕਸਟ ਵੀ ਆਉਂਦਾ ਹੈ। ਤੇ ਉਹ ਜਿਹੜੇ ਤੁਸੀਂ ਪੈਰਾਗ੍ਰਾਫ ਪੜ੍ਹਨੇ ਆ, ਇੱਕ ਸਾਇੰਸ ਡਾਇਰੈਕਟ ਕਰਕੇ ਵੈਬਸਾਈਟ ਹੈਗੀ ਹੈ, ਉੱਥੇ ਤੁਸੀਂ ਆਰਟੀਕਲਸ ਪੜ੍ਹ ਸਕਦੇ ਹੋ। ਉੱਥੇ ਹਰ ਤਰ੍ਹਾਂ ਦਾ ਆਰਟੀਕਲ ਆਉਂਦਾ, ਮੈਡੀਕਲ ਫੀਲਡ ਦੇ ਰਿਲੇਟਿੰਗ, ਟੈਕਨੋਲੋਜੀ ਦੇ ਰਿਲੇਟਿਡ, ਸਾਇੰਸ ਦੇ ਰਿਲੇਟਿਡ ਬਹੁਤ ਸਾਰੇ ਆਰਟੀਕਲਸ ਆਉਂਦੇ ਆ। ਤੇ ਜਦੋਂ ਵੀ ਤੁਸੀਂ ਕਿਤੇ ਫ੍ਰੀ ਬੈਠੇ ਹੋ, ਬੈਟਰ ਹੈ ਕਿ ਤੁਸੀਂ ਕੁਝ ਹੋਰ ਯੂਜ਼ ਨਹੀਂ ਕਰਤਾ ਤਾਂ ਉਹ ਆਰਟੀਕਲਸ ਨੂੰ ਹੀ ਰੀਡ ਕਰ ਲਿਆ। ਨੈਕਸਟ ਹੈ ਪ੍ਰੈਕਟਿਸ ਸਮਰਾਈਜ਼ ਪੈਰਾਗ੍ਰਾਫਸ ਐਂਡ ਟੈਕਸਟ। ਸੇਮ ਤੁਸੀਂ sciencedirect.com ਹੈ, ਤੁਸੀਂ ਨਿਊਜ਼ਪੇਪਰ ਵੀ ਲੈ ਸਕਦੇ ਹੋ, ਜਿਹੜਾ ਵੀ ਮਤਲਬ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ। ਜਿੱਥੇ ਵੀ ਤੁਹਾਡਾ ਇੰਟਰਸਟ ਬਣਦਾ ਹੈ, ਤੁਹਾਡਾ ਨਿਊਜ਼ ਹੈ ਤਾਂ ਨਿਊਜ਼ ਵੀ ਚੈੱਕ ਕਰ ਸਕਦੇ ਹੋ। ਮਤਲਬ ਕੁਝ ਵੀ ਪੜ੍ਹ ਸਕਦੇ ਹੋ, ਬਟ ਪੜ੍ਹਨਾ ਮਤਲਬ ਤੁਹਾਡੀ ਹੈਬਿਟ ਹੋਣਾ ਚਾਹੀਦਾ। ਜੇ ਤੁਸੀਂ ਅੱਛੇ ਸਕੋਰ ਲੈਣੇ ਹੈ ਜਾਂ ਤੁਹਾਡਾ ਲੈਵਲ ਕੀ ਹੈ ਉਹ ਤੁਹਾਨੂੰ ਪਤਾ ਹੋਏਗਾ। ਲਿਸਨ ਟੂ ਟੈਡ ਟਾਕਸ ਐਂਡ ਪੋਡਕਾਸਟ ਟੂ ਇੰਪਰੂਵ ਯੂਰ ਲਿਸਨਿੰਗ ਸਕਿੱਲਸ। ਮਤਲਬ ਤੁਸੀਂ ਆਪਣੀ ਲਿਸਨਿੰਗ ਨੂੰ ਇੰਪਰੂਵ ਕਰਨਾ ਹੈ ਤਾਂ ਤੁਸੀਂ ਟੈਡ ਟਾਕਸ ਨੂੰ ਸੁਣ ਸਕਦੇ ਹੋ, ਪੋਡਕਾਸਟ ਨੂੰ ਸੁਣ ਸਕਦੇ ਹੋ, ਜਾਂ ਤੁਹਾਨੂੰ ਕੋਈ ਮੋਟੀਵੇਸ਼ਨਲ ਵੀਡੀਓਜ਼ ਵਧੀਆ ਲੱਗਦੀਆਂ ਤੁਸੀਂ ਉਹ ਸੁਣ ਸਕਦੇ ਹੋ, ਇੰਗਲਿਸ਼ ਮੂਵੀ ਵੇਖ ਸਕਦੇ ਹੋ, ਜਾਂ ਨੈਟਫਲਿਕਸ ਹੈ, ਪ੍ਰਾਈਮ ਵੀਡੀਓ, ਉੱਥੇ ਬਹੁਤ ਸਾਰੀਆਂ ਇੰਗਲਿਸ਼ ਮੂਵੀਜ਼ ਹਨ। ਤੁਸੀਂ ਜਿਹੜੀਆਂ ਵੀ ਤੁਹਾਡੀ ਚੋਇਸ ਹੈ ਤੁਸੀਂ ਉਸ ਦੇ ਅਕੋਰਡਿੰਗ ਉਹਨਾਂ ਨੂੰ ਰੈਫਰ ਕਰ ਸਕਦੇ ਹੋ। ਤੇ ਅੱਜ ਦੀ ਵੀਡੀਓ ਲਈ ਮੇਰਾ ਸਿਰਫ ਇਹੀ ਪੁਆਇੰਟ ਸੀਗਾ। ਤੇ ਇਨ ਕੇਸ ਅਗਰ ਤੁਹਾਨੂੰ ਕੋਈ ਡਾਊਟ ਹੈ, ਤੁਸੀਂ ਕੁਝ ਟੈਂਪਲੇਟਸ ਨਾਲ ਰਿਗਾਰਡਿੰਗ ਗੱਲ ਕਰਨੀ ਹੈ, ਤੁਹਾਨੂੰ ਕੋਈ ਟੈਂਪਲੇਟਸ ਦੀ ਰਿਕੁਆਇਰਮੈਂਟ ਹੈਗੀ ਹੈ, ਜਾਂ ਤੁਹਾਡੇ ਹੋਰ ਵੀ ਕੋਈ ਡਾਊਟਸ ਨੇ, ਤੁਹਾਨੂੰ ਕੁਝ ਹੋਰ ਪੁੱਛਣਾ ਹੈ, ਤੇ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ amarptclasses@gmail.com। ਤੇ ਆਪਣੇ ਕਮੈਂਟਸ ਹੈ, ਜੋ ਡਾਊਟਸ ਹੈ, ਕਮੈਂਟ ਬਾਕਸ ਦੇ ਵਿੱਚ ਵੀ ਸ਼ੇਅਰ ਕਰ ਸਕਦੇ ਹੋ। ਐਂਡ ਦੈਨ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ। ਥੈਂਕ ਯੂ ਐਵਰੀਵਨ ਫॉर वाचिंग मी।